ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੀ ਐਕਸਕਲੂਸਿਵ ਟਾਕ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਅੱਜ ਇਨਸਾਈਟਸ ਦੇ ਵਿੱਚ ਅਸੀਂ ਗੱਲ ਕਰਾਂਗੇ ਦੇਸ਼ ਵਿਦੇਸ਼ ਦੀ ਜ਼ਰੂਰੀ ਖਬਰਾਂ ਦੇ ਬਾਰੇ। ਸਾਡੇ ਨਾਲ ਮੌਜੂਦ ਨੇ ਹਰ ਵਾਰ ਦੀ ਤਰ੍ਹਾਂ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਵੈਲਕਮ ਸਰ। Thank you, Colleen. How are you? All well, sir. How are you? I'm good. ਸਰ CM ਭਗਵੰਤ ਮਾਨ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਾਫੀ ਦਾਅਵੇ ਕੀਤੇ ਸੀਗੇ, ਫਿਰ ਉਸ ਤੋਂ ਬਾਅਦ ਕਾਫੀ ਅਨਾਉਂਸਮੈਂਟਸ ਵੀ ਆਈ ਬਿਜਲੀ ਨੂੰ ਲੈ ਕੇ। ਬਿਜਲੀ ਦਾ ਮੁੱਦਾ ਅੱਜ ਕੱਲ੍ਹ ਬਹੁਤ ਚਰਚੇ ਦੇ ਵਿੱਚ ਹੈ। 300 ਯੂਨਿਟ ਤੱਕ ਬਿਜਲੀ ਮਾਫ ਕਰਨ ਦੀ ਗੱਲ ਹੋਵੇ ਜਾਂ ਬਿਜਲੀ ਸਸਤੀ ਕਰਨ ਦੀ ਗੱਲ ਹੋਵੇ, ਇਹ ਅਨਾਉਂਸਮੈਂਟ ਹਾਲੇ ਤੱਕ ਨਹੀਂ ਆਈ ਹੈ। ਦੇਖੋ 300 ਯੂਨਿਟ ਮਾਫ ਕਰਨਾ ਇੱਕ ਮੇਜਰ ਮੁੱਦਾ ਸੀ, ਜਿਹੜਾ ਉਹਨਾਂ ਦਾ ਇੱਕ ਡਰਾਈਵਿੰਗ ਪੁਆਇੰਟ ਸੀ ਕਿ ਲਾਈਕ ਉਹਨਾਂ ਨੇ ਦਿੱਲੀ ਜਿਵੇਂ ਕੀਤਾ ਇੱਥੇ ਵੀ ਕਰਨਗੇ, ਪਰ ਹਜੇ ਤੱਕ ਉਹਨਾਂ ਨੇ ਅਨਾਉਂਸ ਨਹੀਂ ਕੀਤਾ। ਇਹਦਾ ਐਕਸਚੈਕਰ 'ਤੇ ਹੀ ਭਾਰ ਪੈਣਾ। ਇਨਫੈਕਟ ਤੁਹਾਨੂੰ ਯੂ ਮਸਟ ਬੀ ਅਵੇਅਰ ਕਿ ਜਿਹੜਾ ਟੈਰਿਫ ਰੈਗੂਲੇਟਰੀ ਕਮਿਸ਼ਨ ਹੈ, ਉਹਨਾਂ ਨੇ ਤਾਂ ਟੈਰਿਫਸ ਵਧਾਤੇ ਨੇ। ਹੁਣ ਇਹਦਾ ਮੈਂ ਡਿਫਰੈਂਸ ਥੋੜ੍ਹਾ ਜਿਹਾ ਜਨਤਾ ਨੂੰ ਸਮਝਾਉਣਾ ਚਾਹੂੰਗਾ ਕਿ ਟੈਰਿਫ ਜਿਹੜਾ ਰੈਗੂਲੇਟਰੀ ਕਮਿਸ਼ਨ ਹੈ ਉਹ ਡਿਸਾਈਡ ਕਰਦਾ ਹੈ ਕਿ ਗੌਰਮੈਂਟ ਬਿਜਲੀ ਉਤਪਾਦਕਾਂ ਨੂੰ ਕਿੰਨੇ ਪੈਸੇ ਦੇਗੀ, ਉਹਦਾ ਸਰਕਾਰ ਲੋਕਾਂ को किन्ने पैसे लेगी ਉਹਦਾ ਉਹਨਾਂ ਕੁਛ ਲੈਣਾ ਦੇਣਾ ਨਹੀਂ ਆ। ਲੈਟ ਸਪੋਜ਼ ਕਿ ਜੇ ਉਹ ਟੈਰਿਫ ਵੱਧ ਗਿਆ, ਜੇ ਲੈਟ ਸਪੋਜ਼ ਕਿ ਸਰਕਾਰ ਨੇ 1 ਰੁਪਇਆ ਦੇਣਾ ਸੀ, ਹੁਣ ਜੇ 1 ਰੁਪਏ 20 ਪੈਸੇ ਹੋ ਗਿਆ, ਸਰਕਾਰ ਨੇ 20 ਦੇਣੇ, 300 ਯੂਨਿਟ ਫ੍ਰੀ ਕਰਨ ਦਾ ਖਰਚਾ ਵੱਧ ਜਾਏਗਾ ਸਰਕਾਰ ਦੇ ਲਈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਨ ਨੈਕਸਟ ਫਿਊ ਕਮਿੰਗ ਸੈਸ਼ਨਸ ਦੇ ਮਾਈਟ ਅਨਾਊਂਸ ਇਟ। ਪਰ ਇਹ ਜਿਹੜੀ ਚੀਜ਼ ਦੇ ਉੱਤੇ ਤੁਸੀਂ ਆਏ ਹੋ, ਇਹ ਸਭ ਤੋਂ ਪਹਿਲਾਂ ਦੀ ਅਨਾਊਂਸਮੈਂਟ ਕਰਨਾ ਵੀ ਇੱਕ ਜ਼ਰੂਰੀ ਚੀਜ਼ ਸੀ, ਕਿਉਂਕਿ ਹੁਣ ਲੋਕਾਂ ਦੀ ਉਮੀਦਾਂ ਇਸ 'ਤੇ ਟਿਕੀਆਂ ਹੋਈਆਂ। ਲੋਕੀ ਜੱਜ ਕਰਨਗੇ ਕਿ ਇਹ ਸਰਕਾਰ ਵੀ ਹੋਰ ਸਰਕਾਰਾਂ ਵਾਂਗੂ ਤਾਂ ਨਹੀਂ ਹੈ। ਯੂ ਆਰ ਪੋਜੀਸ਼ਨਿੰਗ ਯੋਰ ਸੈਲਫ ਕਿ ਆਪਾਂ ਇੱਕ ਡਿਫਰੈਂਟ ਪਾਰਟੀ ਹੈਗੇ ਆ, ਅਤੇ ਦੈਨ ਦੈਟ ਡਿਫਰੈਂਸ ਕੀ ਆ? ਚੁਣਾਵੀ ਵਾਅਦੇ ਤੇ ਵਾਅਦੇ, ਕਿ ਤੁਹਾਡੇ ਚੁਣਾਵੀ ਵਾਅਦੇ ਨੇ ਜੀ। ਬਾਕੀਆਂ ਦੇ ਚੁਣਾਵੀ ਵਾਅਦੇ ਦੀ ਆਪਾਂ ਹਮੇਸ਼ਾ ਗੱਲ ਕੀਤੀ ਹੈ ਕਿ ਇਹ ਚੁਣਾਵੀ ਵਾਅਦੇ ਨੇ, ਤੁਹਾਡੇ ਕਿੰਨੇ ਕੁ ਕੰਮ ਆਉਣਗੇ, ਕਿੰਨਿਆਂ ਦੇ ਕੰਮ ਆਉਣਗੇ, ਇਹ ਹੌਲੀ ਹੌਲੀ ਪਤਾ ਚੱਲੇਗਾ। ਅਗੇਨ ਆਪਾਂ ਨੂੰ ਇਹ ਵੀ ਐਪਰੀਸ਼ੀਏਟ ਕਰੀਏ ਕਿ ਉਹਨਾਂ ਨੇ ਕੁਝ ਚੀਜ਼ਾਂ ਕਰ ਵੀ ਦਿੱਤੀਆਂ ਨੇ ਬੜੇ ਸਾਲਾਂ ਤੋਂ, ਬਿਕੋਜ਼ ਮੈਂ ਐਜੂਕੇਸ਼ਨ ਸਿਸਟਮ 'ਚ ਇਨਵੋਲਵ ਰਿਹਾ। ਬੜੇ ਕਾਲਜਾਂ ਦੀਆਂ ਫੀਸਾਂ ਰੁਕੀਆਂ ਪਈਆਂ ਸੀ ਕਈ ਸਾਲਾਂ ਤੋਂ। ਜਿਹੜੇ SC ਕੈਟੇਗਰੀ ਦੇ ਸਟੂਡੈਂਟਸ ਨੇ ਅਲੱਗ-ਅਲੱਗ ਕਾਲਜਾਂ ਦੇ, ਉਹਨਾਂ ਦਾ ਜਿਹੜੀ ਸਕਾਲਰਸ਼ਿਪ ਅਮਾਊਂਟ ਸੀ ਉਹ ਕਾਲਜਾਂ ਨੂੰ ਨਹੀਂ ਦਿੱਤੀ ਗਈ ਸੀ, ਅਤੇ ਹੁਣ ਇਸ ਕਾਰਨ ਕਈ ਕਾਲਜਾਂ ਨੇ SC ਬੱਚਿਆਂ ਨੂੰ ਫ੍ਰੀ 'ਚ ਪੜ੍ਹਾਉਣ ਤੋਂ ਮਨਾ ਵੀ ਕਰ ਦਿੱਤਾ ਸੀ। ਸੋ ਦੈਟ ਥਿੰਗ ਹੈਜ਼ ਸਟਾਰਟਿਡ। ਇਹਦੇ ਨਾਲ SC ਕੈਟੇਗਰੀ ਦੇ ਬੱਚਿਆਂ ਦਾ ਅਗੇਨ ਐਜੂਕੇਸ਼ਨ ਐਨਰੋਲਮੈਂਟ ਵਧੇਗਾ। ਉਹ ਮੈਨੂੰ ਲੱਗਦਾ ਇਹ ਇੱਕ ਬਹੁਤ ਵਧੀਆ ਗੱਲ ਹੈ, ਅਤੇ ਇਹ ਵਾਅਦਾ ਵੀ ਦੇਖਦੇ ਹਾਂ ਕਦੋਂ ਪੂਰਾ ਕਰਦੇ ਨੇ, ਅਤੇ ਇਹਨੂੰ ਪ੍ਰੋਫਿਟੇਬਲੀ ਕਿਵੇਂ ਕਰਦੇ ਨੇ, ਵਾਇਬਲ ਕਿਵੇਂ ਕਰਦੇ ਨੇ। ਦੇਖੋ 300 ਯੂਨਿਟ ਤੋਂ ਘੱਟ ਕੰਜ਼ਿਊਮ ਕਰਨ ਵਾਲੇ ਹਾਊਸ ਹੋਲਡਸ ਲਿਮਿਟਿਡ ਹੋਣਗੇ। ਜੇ ਆਪਾਂ ਮੱਧਮ ਵਰਗ ਦੇ ਲੋਕਾਂ ਦੀ ਗੱਲ ਕਰੀਏ, ਉਹਨਾਂ ਦੀ 300 ਯੂਨਿਟ ਤੋਂ ਉੱਤੇ ਬਿਜਲੀ ਦੀ ਕੰਜ਼ੰਪਸ਼ਨ ਹੁੰਦੀ ਹੈ। ਇਹ ਨਾ ਹੋਵੇ ਕਿ ਤੁਸੀਂ ਉੱਥੇ ਫ੍ਰੀ ਦੇਣ ਲਈ ਦੂਜਿਆਂ ਦੇ ਰੇਟ ਵਧਾ ਦਿਓ ਅੰਡਰ ਦੀ ਨੇਮ ਕਿ ਬਈ ਟੈਰਿਫ ਵੱਧ ਗਏ ਨੇ, ਕਿਉਂਕਿ ਜੇ ਆਲਰੇਡੀ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਦਾ ਰੇਟ ਹੈ ਉਹ ਨੇਬਰਿੰਗ ਸਟੇਟਸ ਤੋਂ ਬਹੁਤ ਜ਼ਿਆਦਾ ਹੈ। ਜਦੋਂ ਕਿਤੇ ਬਿਜਲੀ ਦਾ ਰੇਟ ਵੱਧਦਾ ਹੈ, ਉਹਦੇ ਨਾਲ ਕਾਸਟ ਆਫ ਡੂਇੰਗ ਐਨੀ ਐਕਟੀਵਿਟੀ ਉਸ ਸਟੇਟ 'ਚ ਵੱਧ ਜਾਂਦਾ ਹੈ, ਅਤੇ ਖਰਚੇ ਵੱਧਦੇ ਨੇ, ਅਤੇ ਮਹਿੰਗਾਈ ਵੱਧਦੀ ਹੈ। ਅਤੇ ਉਹਦੇ ਨਾਲ ਕੀ ਹੁੰਦਾ ਕਿ ਬਿਜ਼ਨਸਮੈਨ ਲੋਕੀ ਆਸ-ਪਾਸ ਦੇ ਨੇਬਰਿੰਗ ਏਰੀਆ 'ਚ ਰਹਿਣਾ ਸ਼ੁਰੂ ਕਰਦੇ ਨੇ। ਸਾਡੇ ਇੱਥੇ ਪੈਟਰੋਲ ਦੇ ਰੇਟ ਵੀ ਰਿਲੇਟਿਵਲੀ ਕਾਫੀ ਟਾਈਮ ਤੱਕ ਜ਼ਿਆਦਾ ਹੀ ਰਹੇ ਨੇ। ਆਫਕੋਰਸ ਜਾਂ ਤਾਂ ਤੁਸੀਂ ਵੀ ਬਾਕੀ ਸਰਕਾਰਾਂ ਵਾਂਗੂ ਨਾ ਕਰਨ ਹੋਪਫੁਲੀ ਕਿ ਐਂਡ ਵਿੱਚ 3 ਮਹੀਨੇ 'ਚ ਜੀ ਸਾਰਾ ਕੁਛ ਅਨਾਊਂਸ ਕਰਤਾ ਅਤੇ ਅਗਲੀ ਸਰਕਾਰ ਜੋ ਵੀ ਆਏਗੀ ਉਹ ਵੇਖੀ ਜਾਏਗੀ। ਅਤੇ ਸਾਡੇ ਇੱਥੋਂ ਦੇ ਪੈਟਰੋਲ ਦੇ ਰੇਟ, ਡੀਜ਼ਲ ਦੇ ਰੇਟ ਪੰਜਾਬ ਦੇ ਚੰਡੀਗੜ੍ਹ ਵਗੈਰਾ ਤੋਂ ਹਮੇਸ਼ਾ ਉੱਤੇ ਰਹੇ ਨੇ, ਅਤੇ ਆਈ ਹੋਪ ਇਹਦੇ ਵਿੱਚ ਇੱਕ ਪੈਰਲਲ ਲਿਆਇਆ ਜਾਵੇ, ਅਤੇ ਸਾਡੀ ਜਿਹੜੀ ਇਨਕਮ ਹੈ ਸਿਰਫ ਇਹੋ ਜਿਹੇ ਮਜਬੂਰੀ ਵਾਲੇ ਟੈਕਸਿਸ ਤੋਂ ਹਟ ਕੇ ਹੋਰ ਬਿਜ਼ਨਸਿਸ ਦੇ ਥਰੂ, ਹੋਰ ਇਨਵੈਸਟਮੈਂਟਸ ਦੇ ਥਰੂ ਆਵੇ। ਅਤੇ ਉਹਦੇ ਲਈ ਵੀ ਇਹ ਜ਼ਰੂਰੀ ਹੈ ਕਿ ਵੀ ਮੈਨੇਜ ਇਟ ਸਮਾਰਟਲੀ। ਜਿਹੜੇ ਲੋਸਿਸ ਨੇ ਉਹਨਾਂ ਨੂੰ ਕਵਰ ਕਰਨ, ਜਿਹੜੀਆਂ ਕੁੰਡੀਆਂ ਪੈਂਦੀਆਂ ਨੇ, ਜਾਂ ਬਿਜਲੀ ਵਿਭਾਗ ਦੇ ਅਫਸਰ ਜਿਹੜੇ ਪੈਸੇ ਖਾ ਕੇ ਲੋਕਾਂ ਦੇ ਬਿੱਲ ਚੇਂਜ ਕਰ ਦਿੰਦੇ ਨੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਚੰਗੀ ਤਰ੍ਹਾਂ ਤੇ ਨਕੇਲ ਕੱਸੀ ਜਾਵੇ। ਅਤੇ ਆਫਕੋਰਸ ਜਿਹੜੇ ਡਿਜ਼ਰਵਿੰਗ ਨੇ, ਜੇ ਤੁਸੀਂ ਅਨਾਊਂਸ ਕੀਤਾ ਤੁਹਾਨੂੰ ਉਹ ਵਾਅਦਾ ਤਾਂ ਪੂਰਾ ਕਰਨਾ ਪਏਗਾ, ਪਰ ਇਹ ਨਾ ਹੋਵੇ ਕਿ ਤੁਸੀਂ ਚੌਥੇ ਸਾਲ ਇਹ ਕਰੋ ਜੀ। ਸਰ ਇਸ ਦੇ ਨਾਲ ਹੀ ਮੈਗਾ ਟ੍ਰੇਡ ਪੈਕਟ ਸਾਈਨ ਬਿਟਵੀਨ ਆਸਟ੍ਰੇਲੀਆ ਐਂਡ ਇੰਡੀਆ। ਬੇਸਿਕਲੀ ਇੰਟਰਿਮ ਫ੍ਰੀ ਟ੍ਰੇਡ ਪੈਕਟ ਸਾਈਨ ਕੀਤਾ ਹੈ, ਵਿਚ ਇਜ਼ ਵੈਰੀ ਗੁੱਡ। ਦੇਖੋ ਬਿਜ਼ਨਸ ਦੇ ਫਲੋ ਨੂੰ ਜਿੰਨਾ ਤੁਸੀਂ ਆਸਾਨ ਕਰੋਗੇ ਤੁਹਾਡੇ ਲਈ ਫਾਇਦੇਮੰਦ ਹੈ। ਹੁਣ ਸਾਡੀ ਇੱਥੋਂ ਦੀ ਇਟ ਮੇਕਸ ਇਟ ਈਜ਼ੀ ਫॉर ਆਰ ਸਟੂਡੈਂਟਸ, ਕਿਉਂਕਿ ਸਾਡੇ ਪੰਜਾਬੀਆਂ ਨੂੰ ਤੇ ਆਸਟ੍ਰੇਲੀਆ ਦੇ ਨਾਲ ਵੀ ਆਰ ਪ੍ਰੈਜ਼ੈਂਟ ਓਵਰ ਦੇਅਰ। ਇਹ ਇੱਕ ਓਪਰਚੁਨਿਟੀ ਹੈ ਜਿਹੜੀ ਪੰਜਾਬ ਫਾਇਦਾ ਲੈ ਸਕਦਾ ਹੈ। ਇੰਡੀਆ ਨੂੰ ਜੇ ਫ੍ਰੀ ਟ੍ਰੇਡ ਐਗਰੀਮੈਂਟ ਮਿਲਿਆ ਹੈ, ਅਤੇ ਆਸਟ੍ਰੇਲੀਆ ਦੀ ਨੀਡ ਸਮਝ ਕੇ ਉੱਥੇ ਪੰਜਾਬੀ ਕਾਫੀ ਨੇ। ਇਸ ਵੇਲੇ ਪੰਜਾਬ ਸਰਕਾਰ ਨੂੰ ਇਸ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੀਵਰੇਜ ਕਰਨਾ ਚਾਹੀਦਾ ਹੈ। ਸਾਡੀ ਜਿਹੜੀ ਬਿਗ ਪੰਜਾਬੀ ਪ੍ਰੈਜ਼ੈਂਸ ਹੈਗੀ ਉੱਥੇ ਆਸਟ੍ਰੇਲੀਆ 'ਚ, ਉਹਨੂੰ ਲੀਵਰੇਜ ਕਰਨ। ਇੱਥੋਂ ਕਿਹੜੀਆਂ ਸਰਵਿਸਿਜ਼, ਕਿਹੜੀਆਂ ਆਈਟਮਸ ਟੈਕਸ ਫ੍ਰੀ ਹੋਈਆਂ ਨੇ, ਉਹਨਾਂ ਦੇ ਬੇਸਿਸ 'ਤੇ ਇੱਥੇ ਇੰਡਸਟਰੀ ਲਾਉਣ। ਉਹਦਾ ਮੈਨੂੰ ਲੱਗਦਾ ਕਿ ਫਿਊਚਰ ਦੇ ਵਿੱਚ ਬਹੁਤ ਬੈਨੀਫਿਟ ਹੋਏਗਾ ਕਿ ਜੇ ਆਪਾਂ ਐਂਟੀਸਪੇਟ ਕਰੀਏ। ਇਹ ਪਲੈਨਿੰਗ ਦੀ ਤਾਂ ਸਾਰੀ ਗੱਲ ਹੈ। ਹੁਣ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ, ਇਟ ਇਜ਼ ਅਬਾਊਟ ਕਿ ਸਰਟਨ ਗੁਡਸ ਵਿਲ ਨਾਟ ਬੀ ਟੈਕਸਡ।
ਤੇ ਉੱਥੋਂ ਵੀ ਜਿਹੜਾ ਇੰਪੋਰਟ ਹੁੰਦਾ ਹੈ ਉਹਨੂੰ ਵੀ ਇੱਕ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਮਿਲੇਗੀ ਤੇ ਆਪਾਂ ਇੰਪੋਰਟ ਐਕਸਪੋਰਟ ਦੋਨੋਂ ਪਾਸਿਓਂ ਕਰ ਸਕਦੇ ਹਾਂ। ਲਿਸਟ ਪੜ੍ਹੀ ਜਾਵੇ ਆਸਟ੍ਰੇਲੀਆ ਤੋਂ ਕਿਹੜੀਆਂ ਚੀਜ਼ਾਂ ਇੱਥੇ ਆਉਣੀਆਂ, ਕਿਹੜੀਆਂ ਚੀਜ਼ਾਂ ਇੱਥੋਂ ਜਾਣੀਆਂ ਨੇ, ਕਿਹੜੀ ਚੀਜ਼ਾਂ ਦੀ ਮੈਨੂਫੈਕਚਰਿੰਗ ਜਿਹੜੀਆਂ ਉਸ ਲਿਸਟ ਵਿੱਚ ਹੈਗੀਆਂ ਨੇ ਪੰਜਾਬ 'ਚ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਜੇ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਸਾਡੀ ਗਵਰਨਮੈਂਟ, ਪੰਜਾਬ ਦੀ ਗਵਰਨਮੈਂਟ ਇਸ ਚੀਜ਼ ਦਾ ਬੈਨੀਫਿਟ ਲੈਂਦੀ ਹੈ, ਆਈ ਥਿੰਕ ਦੈਟ ਵਿਲ ਬੀ ਅ ਟ੍ਰਿਮੈਂਡਸ ਥਿੰਗ ਟੂ ਡੂ। ਜੀ ਸਰ, ਕੱਲ੍ਹ ਆਪਾਂ ਗੱਲ ਕਰ ਰਹੇ ਸੀਗੇ ਇਮਰਾਨ ਖਾਨ ਦੀ, ਡੈਥ ਥ੍ਰੈਟਸ ਉਹਨਾਂ ਨੂੰ ਮਿਲ ਰਹੇ ਆ। ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਉਹਨਾਂ ਦਾ, ਨੇਸ਼ਨ ਨੂੰ ਐਡਰੈਸ ਕਰਦੇ ਵਕਤ ਉਹਨਾਂ ਨੇ ਤਕਰੀਬਨ 213 ਵਾਰ ਮੈਂ, ਮੇਰਾ, ਮੁਝੇ ਯੂਜ਼ ਕੀਤਾ। ਇਹ ਜਿਹੜਾ ਸੈਲਫ ਆਬਸੈਸਡ ਬਿਆਨ ਹੈ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਹੀ ਇਜ਼ ਫੀਲਿੰਗ ਕਾਰਨਰਡ। ਅੱਜ ਸਮਹਾਓ ਉਹਨਾਂ ਕੋ ਕੋਈ ਸਪੋਰਟ ਨਹੀਂ ਰਹਿ ਗਈ ਹੈ ਖਾਸ, ਤਾਂ ਹੀ ਹੈਜ਼ ਨੈਵਰ ਬੀਨ ਕੋਈ ਸਟਰੋਂਗ ਪ੍ਰਾਈਮ ਮਿਨਿਸਟਰ ਕਦੀ ਵੀ ਨਹੀਂ ਸਨ। ਉਹਨਾਂ ਦਾ ਇੱਕ ਚਾਰਮ ਸੀ, ਇੱਕ ਕਰਿਜ਼ਮਾ ਸੀ, ਜਿਹਦੇ ਬੇਸਿਸ ਤੇ ਹੀ ਲੈਡ ਅ ਪਾਰਟੀ, ਹੀ ਲੈਡ ਅ ਸਿਵਿਕ ਮੂਵਮੈਂਟ। ਪਰ ਐਟ ਦੀ ਐਂਡ ਆਫ ਦ ਡੇ ਪਾਕਿਸਤਾਨ 'ਚ ਹਮੇਸ਼ਾ ਆਰਮੀ ਦੀ ਤੂਤੀ ਬੋਲੇਗੀ। ਹੁਣ ਹੋਇਆ ਕੀ ਹੈ ਕਿ ਬਈ ਉਹਨਾਂ ਨੂੰ ਜਿਹੜਾ ਸੀ ਨੋ ਕੌਨਫੀਡੈਂਸ ਮੋਸ਼ਨ ਉਹਨਾਂ ਦੀ ਗਵਰਨਮੈਂਟ ਹਾਰ ਚੁੱਕੀ ਹੈ, ਰਾਈਟ। ਦੇਰ ਮਾਈਟ ਬੀ ਨਿਊ ਇਲੈਕਸ਼ਨਸ ਔਰ ਸਮ ਅਦਰ ਗਵਰਨਮੈਂਟ ਮਾਈਟ ਬੀ ਫਾਰਮਡ। ਅਤੇ ਹੁਣ ਉਹ ਕੀ ਕਹਿ ਰਹੇ ਨੇ ਕਿ ਜੋ ਕੋਈ ਵੀ ਪੋਲੀਟੀਸ਼ੀਅਨ ਹਮੇਸ਼ਾ ਕਰਦਾ ਹੈ ਕਿ ਤੁਹਾਨੂੰ ਇੱਕ ਵੱਡਾ ਦੁਸ਼ਮਣ ਵਿਖਾਏਗਾ। ਉਹ ਇਹ ਕਹਿ ਰਹੇ ਨੇ ਕਿ ਬਈ ਜਿਹੜਾ ਇੱਕ ਪਾਵਰਫੁਲ ਦੇਸ਼ ਹੈ, ਬੇਸਿਕਲੀ USA ਦੀ ਗੱਲ ਕਰਦੇ ਪਏ ਨੇ ਕਿ ਮੈਂ ਰਸ਼ੀਆ ਗਿਆ ਸੀ, ਉਹ ਮੇਰੇ ਤੋਂ ਖੁਸ਼ ਨਹੀਂ ਸੀ, ਹੈ ਨਾ। ਉਹ ਚਾਈਨਾ, ਉਹ ਇੰਡੀਆ ਨੂੰ ਵੀ ਸਪੋਰਟ ਕਰਦਾ ਪਿਆ ਹੈ। ਸੋ ਵਟ ਹੀ ਇਜ਼ ਟਰਾਈਂਗ ਟੂ ਸੇ ਇਜ਼ ਐਨੀਵਨ ਹੂ ਇਜ਼ ਅਗੇਂਸਟ ਮੀ, ਉਹ ਅਮਰੀਕਾ ਦਾ ਸਾਥ ਦੇ ਰਿਹਾ ਹੈ ਅਤੇ ਮੈਂ ਹੀ ਹਾਂ, ਉਹ ਬੇਸਿਕਲੀ ਪਾਕਿਸਤਾਨ ਦੇ ਅਗੇਂਸਟ ਹੈ। ਉਹ ਇੰਡੀਆ ਦਾ ਸਾਥ ਦੇ ਰਿਹਾ ਜਾਂ ਅਮਰੀਕਾ ਦਾ ਸਾਥ ਦੇ ਰਿਹਾ ਅਤੇ ਮੈਂ ਵਾਂ ਜਿਹੜਾ ਪਾਕਿਸਤਾਨ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਦਾ ਪਿਆ। ਅਤੇ ਜੇ ਇਹ ਚੀਜ਼ਾਂ ਹੁੰਦੀਆਂ ਰਹੀਆਂ ਤਾਂ ਕੰਟਰੀ ਵਿਲ ਬੀ ਇਨ ਟਰਬਲ। ਅਤੇ ਉਹ ਬਾਰ-ਬਾਰ ਆਪਣੇ ਸੈਕਰੀਫਾਈਸ ਜਾਂ ਜੋ ਵੀ ਉਹਨਾਂ ਨੇ ਕੀਤਾ, ਪਾਕਿਸਤਾਨ ਦੀ ਹਿਸਟਰੀ ਕਿ ਹਾਓ ਪਾਕਿਸਤਾਨ ਵਾਸ ਗਰੋਇੰਗ ਵੈਰੀ ਵੈਲ, ਅਤੇ ਇਹ ਫੈਕਟ ਹੈ। ਜਦੋਂ ਆਪਾਂ ਆਜ਼ਾਦ ਹੋਏ ਇਨੀਸ਼ੀਅਲੀ ਕੁਛ 2 ਦਸ਼ਕਾਂ ਲਈ ਪਾਕਿਸਤਾਨ ਗ੍ਰਿਊ ਫਾਸਟਰ ਦੈਨ ਇੰਡੀਆ। ਇਟ ਵਾਜ਼ ਅ ਵੈਰੀ ਗੁੱਡ ਐਗਜ਼ਾਮਪਲ, ਬਟ ਦੈਨ ਦੇ ਫੈਲ ਆਫ ਟਰੈਕ। ਜਦੋਂ ਵੀ ਕਿਤੇ ਰੈਡੀਕਲਾਈਜੇਸ਼ਨ ਆ ਜਾਂਦੀ ਹੈ, ਕਰਪਸ਼ਨ ਆਉਣੀ ਸ਼ੁਰੂ ਹੋ ਜਾਂਦੀ, ਉਹ ਦੇਸ਼ ਫਿਰ ਫੇਲ ਹੋਣੇ ਸ਼ੁਰੂ ਹੋ ਜਾਂਦੇ ਨੇ। ਉੱਥੇ ਡਿਕਟੇਟਰਸ਼ਿਪ ਆ ਗਈ, ਡੈਮੋਕ੍ਰੇਸੀ ਫੇਲ ਹੋਣੀ ਸ਼ੁਰੂ ਹੋ ਗਈ, ਕੋਈ ਵਧੀਆ ਲੀਡਰਸ ਨਹੀਂ ਆਏ, ਇੱਕ ਇਲੀਟ ਕਲਾਸ ਨੇ ਆਪਣੇ ਲਈ ਫਾਇਦੇ ਵੇਖਣੇ ਸ਼ੁਰੂ ਕਰਤੇ। ਹੌਲੀ ਹੌਲੀ ਉਹਨਾਂ ਦੇ ਇੰਸਟੀਚਿਊਟ ਦੀ ਕੁਆਲਿਟੀ ਡਾਊਨ ਆਉਣ ਲੱਗ ਪਈ, ਰਾਈਟ, ਡੀਗ੍ਰੇਡ ਹੋਣੇ ਸ਼ੁਰੂ ਹੋ ਗਏ। ਉਹਨਾਂ ਦੀ ਰਿਸਰਚ ਯੂਨੀਵਰਸਿਟੀਆਂ, ਅੱਜ ਕੋਈ ਉਹਨਾਂ ਦਾ ਇੰਸਟੀਚਿਊਟ ਟੌਪ 'ਚ ਨਹੀਂ ਆਉਂਦਾ। ਅਤੇ ਇਹ ਇੱਕ ਲੈਸਨ ਸਾਨੂੰ ਵੀ ਲੈਣਾ ਚਾਹੀਦਾ ਹੈ ਕਿ ਬਈ ਹਾਊ ਵੀ ਹੈਵ ਮੈਨੇਜ ਟੂ ਸੇਵ ਆਰ ਡੈਮੋਕ੍ਰੇਸੀ ਐਂਡ ਵੀ ਆਰ ਬਿਲਡਿੰਗ ਔਨ ਦੀ ਕੁਆਲਿਟੀ ਆਫ ਆਰ ਇੰਸਟੀਟਿਊਸ਼ਨਸ ਇਨ ਆਰ ਪ੍ਰੋਸੈਸਿਸ। ਇਹ ਸਾਰੀਆਂ ਚੀਜ਼ਾਂ ਦੇ ਕਾਰਨ ਅੱਜ ਇੰਡੀਆ ਇੱਕ ਅਲੱਗ ਲੀਗ 'ਚ ਪਹੁੰਚ ਚੁੱਕਾ ਹੈ। ਨਹੀਂ ਤਾਂ ਅੱਜ ਤੋਂ ਕੁਝ ਦਸ਼ਕ ਪਹਿਲਾਂ ਸਾਨੂੰ ਵੀ ਉਹਨਾਂ ਦੇ ਬਰਾਬਰ ਹੀ ਸਮਝਿਆ ਜਾਂਦਾ ਸੀ। ਅਤੇ ਪਾਕਿਸਤਾਨ ਬੀਇੰਗ ਅ ਸਮਾਲ ਕੰਟਰੀ, ਉਹਨਾਂ ਨੇ ਉਸ ਰੇਸ ਦੇ ਵਿੱਚ ਸਪ੍ਰਿੰਟ ਨਾਲ ਪਹਿਲਾਂ ਜਲਦੀ ਵਧੀਆ ਇਨੀਸ਼ੀਏਟ ਕੀਤਾ ਸੀ, ਪਰ ਸਮਹਾਓ ਕਿਤੇ ਉਹ ਆਫ ਟਰੈਕ ਹੋ ਗਏ। ਉੱਥੇ ਇਸਲਾਮਿਕ ਰੈਡੀਕਲਾਈਜੇਸ਼ਨ ਨੇ ਉਸ ਦੇਸ਼ ਦੇ ਸਭ ਤੋਂ ਵੱਡਾ ਨੁਕਸਾਨ ਕੀਤਾ। ਲੋਕੀ ਮਾਡਰਨ ਐਜੂਕੇਸ਼ਨ, ਮਾਡਰਨ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਇੰਗਲਿਸ਼ ਜਾਂ ਵੈਸਟਰਨ ਐਜੂਕੇਸ਼ਨ, ਉਹ ਵੀ ਇੰਡਿਕ ਸਿਵਲਾਈਜੇਸ਼ਨ ਦਾ ਪਾਰਟ ਸੀ। ਸਾਨੂੰ ਪਿਛਲੇ 300-400 ਸਾਲਾਂ 'ਚ ਅੰਗਰੇਜ਼ਾਂ ਦੀ ਗੁਲਾਮੀ ਨੇ ਸਾਡਾ ਮਾਈਂਡਸੈਟ ਚੇਂਜ ਕਰਤਾ ਸੀ। ਉਹਨਾਂ ਨੂੰ ਉਹ ਆਪਣੀ ਟ੍ਰੈਡੀਸ਼ਨਲ ਮਾਈਂਡਸੈਟ ਨੂੰ ਸਮਝ ਕੇ ਰੈਦਰ ਦੈਨ ਗੋਇੰਗ ਇਨ ਐਨੀਥਿੰਗ ਵਿਚ ਇਜ਼ ਨਾਟ ਇੰਡਿਕ, ਉਹਦੀ ਵਜ੍ਹਾ ਨਾਲ ਉਹ ਦੇਸ਼ ਪਿੱਛੇ ਜਾਣਾ ਸ਼ੁਰੂ ਹੋ ਗਿਆ। ਉੱਥੇ ਫੰਡਾਮੈਂਟਲਿਜ਼ਮ ਆ ਗਈ, ਉੱਥੇ ਡਿਕਟੇਟਰਸ਼ਿਪ ਰੂਲ ਆ ਗਿਆ, ਅਤੇ ਗੌਰਮੈਂਟਸ ਹਮੇਸ਼ਾ ਫੋਕਸ ਆਪਣੀ ਗੌਰਮੈਂਟ ਬਚਾਉਣ 'ਤੇ ਰਹਿ ਗਿਆ ਅਤੇ ਪ੍ਰੋਗਰੈਸ ਤੋਂ ਹਟ ਗਿਆ। ਅਤੇ ਫਿਰ ਉਹਨਾਂ ਨੇ ਇੱਕ ਮੁੱਦਾ ਬਣਾ ਲਿਆ ਐਂਟੀ ਇੰਡੀਆ, ਕਸ਼ਮੀਰ, ਅਨਨੈਸੈਸਰੀ ਇੱਕ ਵੱਡਾ ਦੁਸ਼ਮਣ। ਜਦੋਂ ਕੋਈ ਕੋਰ ਕੰਮ ਵਧੀਆ ਨਹੀਂ ਕਰੇਗਾ, ਪ੍ਰੋਗਰੈਸ ਦੀ ਗੱਲ ਨਹੀਂ ਕਰੇਗਾ, ਉਹ ਫਿਰ ਕੀ ਗੱਲ ਕਰੇਗਾ, ਡਿਵਰਸ। ਅਤੇ ਇਹੋ ਹੀ ਗੱਲ ਇਸ ਵੇਲੇ ਇਮਰਾਨ ਖਾਨ ਜੀ ਕਰਦੇ ਪਏ ਨੇ। ਜੀ सर, श्रीलंका में इकोनॉमिक क्राइसिस, काफ़ी लोग गिरफ्तार भी हुए प्रोटेस्ट करने की वजह से, और प्रेसिडेंट ने स्टेट ऑफ इमरजेंसी डिक्लेयर कर दिया है। श्रीलंका इस स्टेट तक कैसे पहुंचा सर? देखो, अगेन व्हेन परिवारवाद, 4 ब्रदर, राजस्पा ब्रदर, देखो श्रीलंका का जिहड़ा कॉन्स्टिट्यूशन है, आई विल ट्राई टू एक्सप्लेन फॉर एवरीवन कि इट इज़ अ सैमी प्रेजिडेंशियल सिस्टम। अमेरिका का जिवें प्रेजिडेंशियल उत्थे प्रेजिडेंट रूल करता, साडा प्राइम मिनिस्टर फॉर्म ऑफ डेमोक्रेसी है, प्राइम मिनिस्टर उत्थे सैमी प्रेजिडेंशियल है, प्रेजिडेंट एज वेल एज प्राइम मिनिस्टर मिल के उन्होंने चलाते हैं। इन्हां चीज़ों के कुछ बेनिफिट भी ने, बट ਇਹਦਾ ਪਰਪਸ ਹੈ ਸੀ ਕਿ ਰੋਲਸ ਡਿਵਾਈਡ ਹੋ ਜਾਣ, ਕਿਸੇ ਕੋ ਇੱਕ ਆਈਸੋਲੇਟਡ ਪਾਵਰ ਨਾ ਆਵੇ ਅਤੇ ਕੋਈ ਇਹੋ ਜਿਹਾ ਪਾਵਰ ਹੈਡ ਨਾ ਬਣੇ ਜੋ ਐਬਸੋਲੂਟ ਕਰਪਟ ਹੋ ਜਾਏ। ਛੋਟੇ ਦੇਸ਼ਾਂ ਲਈ ਇਹ ਚੀਜ਼ਾਂ ਜ਼ਿਆਦਾ ਕ੍ਰਿਟੀਕਲ ਹੁੰਦੀਆਂ। ਬਟ ਅਨਫੋਰਚੂਨੇਟਲੀ ਕੀ ਹੋਇਆ, 4 ਬ੍ਰਦਰ, ਰਾਜਸਪਾ ਬ੍ਰਦਰਸ, ਦੇ ਹੈਵ ਬੀਨ ਰੂਲਿੰਗ ਦੀ ਕੰਟਰੀ। ਅੱਜ ਉੱਥੋਂ ਦੇ ਪ੍ਰੈਜ਼ੀਡੈਂਟ, ਉੱਥੋਂ ਦੇ ਫਾਈਨੈਂਸ ਮਿਨਿਸਟਰ, ਉੱਥੋਂ ਦੇ ਕੈਬਨਿਟ ਮਿਨਿਸਟਰ, ਉਹਨਾਂ ਦੇ ਬੱਚੇ ਸਾਰੇ ਉਸੇ ਫੈਮਿਲੀ ਤੋਂ ਆਉਂਦੇ ਨੇ। ਐਂਡ ਉਹਨਾਂ ਦੀਆਂ ਪੋਲਿਸੀਜ਼, ਨਾਟ ਸੋ ਥੌਟ ਆਊਟ ਪੋਲਿਸੀਜ਼ ਨੇ। ਹਜੇ ਤੱਕ ਜੇ ਸ਼੍ਰੀਲੰਕਾ ਬਚਿਆ ਹੋਇਆ ਹੈ
ਚਾਈਨਾ ਤੇ ਇੰਡੀਆ ਦੀ ਸਪੋਰਟ ਦੇ ਨਾਲ ਬਚਿਆ ਇਕਨੋਮਿਕਲੀ, ਬਟ ਨਾਓ ਇਟ ਇਜ਼ ਗੈਟਿੰਗ ਵਰਸ। ਅਲਟੀਮੇਟਲੀ ਇਟਸ ਉਹਨਾਂ ਕੋਲ ਬੜੀਆਂ ਓਪਰਚੁਨਿਟੀ ਸੀ ਜੋ ਉਸ ਦੇਸ਼ ਨੇ ਗਵਾ ਦਿੱਤੀਆਂ ਨੇ। ਜਦੋਂ ਉੱਥੋਂ ਦੀ ਜਿਹੜੀ ਸਿਵਲ ਵਾਰ ਸੀ ਉਹ ਖਤਮ ਹੋਈ, ਉੱਥੇ ਕਾਈਂਡ ਆਫ ਪੀਸ ਆਈ, ਉਸ ਤੋਂ ਬਾਅਦ ਦੇ ਸਟਾਰਟਡ ਡੂਇੰਗ ਵੈਲ, ਬਟ ਅਨਫੋਰਚੂਨੇਟਲੀ ਅਗੇਨ ਬਿਕੋਜ਼ ਪਰਿਵਾਰਵਾਦ, ਸਿਰਫ ਆਪਣੇ ਲੋਕਾਂ ਦਾ ਬੈਨੀਫਿਟ, ਉਹਦੇ ਕਾਰਨ ਉਹਦੇ ਵਿੱਚ ਚੰਗੀ ਤਰ੍ਹਾਂ ਦੀ ਇਨਵੈਸਟਮੈਂਟ ਨਹੀਂ ਆ ਪਾਈ, ਚੰਗੀਆਂ ਪਾਲਿਸੀ ਨਹੀਂ ਬਣ ਪਾਈਆਂ। ਤੁਸੀਂ ਸਿਰਫ ਉਹਨਾਂ ਦੀ ਇਹ ਤੇ ਚਲੋ ਇਕਨੋਮਿਕ ਕ੍ਰਾਈਸਿਸ ਬਹੁਤ ਸੀਰੀਅਸ ਕ੍ਰਾਈਸਿਸ ਆ ਗਏ ਨੇ, ਕਈ ਵਾਰੀ ਨਾ ਅਲੱਗ-ਅਲੱਗ ਥਾਂ ਤੋਂ ਤੁਹਾਨੂੰ ਸਿਗਨਲ ਆਉਣ ਲੱਗ ਪੈਂਦੇ ਨੇ। ਸ਼੍ਰੀਲੰਕਨ ਕ੍ਰਿਕਟ ਨੂੰ ਲੈ ਲਓ ਤੁਸੀਂ, ਉਹਨਾਂ ਦਾ ਬੋਰਡ ਕਿਸ ਸਟੇਜ ਤੇ ਪਹੁੰਚ ਗਿਆ ਹੋਇਆ ਹੈ, ਉੱਥੇ ਕੁਆਲਿਟੀ ਆਫ ਪਲੇਅਰਸ ਕਿਸ ਤਰ੍ਹਾਂ ਚੇਂਜ ਹੋ ਗਏ ਨੇ, ਉਹਨਾਂ ਨੂੰ ਜੋ ਕਿੰਨੀ ਪ੍ਰੋਬਲਮ ਆ ਰਹੀ, ਉਹਨਾਂ ਦੇ ਕੋਚਿਸ ਚੇਂਜ ਹੁੰਦੇ ਨੇ, ਕੈਪਟਨ ਚੇਂਜ ਹੁੰਦੇ ਨੇ, ਕਰਪਸ਼ਨ ਦੀਆਂ ਗੱਲਾਂ ਉੱਥੇ ਵੀ ਆਉਣ ਲੱਗ ਪਈਆਂ। ਜਦੋਂ ਹਰ ਪਾਸੇ ਹੀ ਕਰਪਸ਼ਨ ਫੈਲ ਜਾਏ ਤੇ ਅਲਟੀਮੇਟਲੀ ਇਹੋ ਜਿਹੇ ਇਕਨੋਮਿਕ ਕ੍ਰਾਈਸਿਸ ਤੇ ਆਉਣ ਗਈ। ਉੱਥੇ ਹੁਣ ਇਸ ਵੇਲੇ ਉਹਨਾਂ ਨੇ ਪ੍ਰੈਜ਼ੀਡੈਂਟ ਰੂਲ ਲਾਇਆ ਹੈ, ਰਾਈਟ, ਸੋ ਸਰਟਨ ਕਰਫਿਊ ਹੈਜ਼ ਬੀਨ ਇੰਪੋਜ਼ਡ ਤੇ ਉਹਨਾਂ ਨੇ ਇਸ ਵੇਲੇ ਕਮਾਂਡੋਜ਼ ਘੁੰਮ ਰਹੇ ਨੇ। ਸੋ ਇਟ ਇਜ਼ ਅ ਵੈਰੀ ਡਿਫਿਕਲਟ ਸਿਚੁਏਸ਼ਨ ਤੇ ਆਈ ਹੋਪ, ਕਿਉਂਕਿ ਦੇਸ਼ ਛੋਟਾ ਹੈ, ਉਹਨਾਂ ਕੋਲ ਕਾਫੀ ਰਿਸੋਰਸਿਸ ਨੇ, ਜੇ ਹਜੇ ਵੀ ਉਹ ਆਪਣਾ ਟਰੈਕ ਸਹੀ ਰੱਖਣ ਤੇ ਜੇ ਰੈਦਰ ਦੈਨ ਸੇਲਿੰਗ ਇਨ 2 boats ਜੇ ਉਹ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਬਣਾਉਣ, ਤੇ ਇੰਡੀਆ ਨੇ ਆਲਰੇਡੀ ਉਹਨਾਂ ਨੂੰ $1.5 billion ਦੀ ਕ੍ਰੈਡਿਟ ਲਾਈਨ ਦਿੱਤੀ ਹੈ ਫॉर ਅਲੱਗ ਡਿਫਰੈਂਟ ਥਿੰਗਸ। ਜੇ ਉਹ ਰਿਲੇਸ਼ਨ ਬਣਾਉਣ ਤੇ ਵਿਦ ਦੀ ਹੈਲਪ ਆਫ ਇੰਡੀਆ ਐਂਡ ਉਹ, ਕਿਉਂਕਿ ਇੰਡੀਆ ਦੀ ਜੀਓਪੋਲੀਟੀਕਲ ਸਿਕਿਉਰਿਟੀ ਲਈ ਜ਼ਰੂਰੀ ਨੇਸ਼ਨ ਹੈ, ਤੇ ਮਿਲ ਕੇ ਉੱਥੇ ਚੰਗੀ ਪ੍ਰੋਗਰੈਸ ਹੋ ਸਕਦੀ ਹੈ। ਇੰਡੀਆ ਕੈਨ ਸਪੋਰਟ देयर ਗਰੋਥ। ਤੇ ਇੱਕ ਮੇਜਰ ਪਾਵਰ ਦਾ ਰੋਲ ਹੁੰਦਾ ਕਿ ਪੋਜ਼ਿਟਿਵ ਇੰਟਰਵੈਂਸ਼ਨ, not like western countries ਕਿ ਤੁਸੀਂ ਲੋਕਾਂ ਨੂੰ ਲੁੱਟਣ ਹੀ ਆਏ ਹੋ ਜਾਂ ਉਹਨਾਂ ਨੂੰ ਐਕਸਪਲੋਇਟ ਕਰਨ ਆਏ ਹੋ। ਸੋ ਆਈ ਥਿੰਕ ਇੰਡੀਅਨ government can play a major role in taking them out of that crisis and at the same time valuing their autonomy, valuing their own dignity. I think India can play a major role for them. ਬਿਲਕੁਲ ਸਰ ਰਸ਼ੀਆ ਯੂਕਰੇਨ ਵਾਰ ਤੇ ਆਉਂਦੇ ਆ ਐਟ ਲਾਸਟ। ਰਸ਼ੀਆ ਦਾ ਕਹਿਣਾ ਹੈ ਕਿ ਯੂਕਰੇਨ ਨੇ ਉਹਨਾਂ ਦੇ ਆਇਲ ਡਿਪੋ ਤੇ ਅਟੈਕ ਕੀਤਾ। ਸੋ ਵੇਅਰ ਇਟ ਇਜ਼ ਗੋਇੰਗ ਸਰ, ਕਿਸ ਡਾਇਰੈਕਸ਼ਨ ਤੇ ਜਾ ਰਿਹਾ ਵਾਰ? ਦੇਖੋ ਅਗੇਨ ਦਿਸ ਨਿਊਜ਼ ਨੀਡ ਟੂ ਬੀ ਵੈਰੀਫਾਈਡ, ਪਰ ਜੇ ਇਹ ਹੋ ਰਿਹਾ ਤੇ ਇਹਦਾ ਮਤਲਬ ਵਾਰ ਡੀ-ਐਸਕੇਲੇਟ ਹੁੰਦਾ ਕੋਈ ਨਜ਼ਰ ਨਹੀਂ ਆ ਰਿਹਾ ਤੇ ਇਟ ਇਜ਼ ਅ ਸੀਰੀਅਸ ਥਿੰਗ। ਹੁਣ ਯੂਕਰੇਨ ਵਾਲੇ ਕਹਿ ਰਹੇ ਨੇ ਕਿ ਇਟ ਇਜ਼ ਅ ਰਸ਼ੀਅਨ ਫੈਬਰੀਕੇਟਿਡ ਨਿਊਜ਼, ਇਟ ਵਿਲ ਗਿਵ them ਅ ਪ੍ਰੀਟੈਕਸਟ ਟੂ ਅਟੈਕ ਔਨ ਅਸ ਈਵਨ ਮੋਰ ਸਵੇਅਰਲੀ। ਤੇ ਐਟ ਦੀ ਸੇਮ ਟਾਈਮ ਉਹ ਯੂਕਰੇਨ ਵਾਲੇ USA ਜਾਂ ਵੈਸਟਰਨ ਕੰਟਰੀਜ਼ ਤੋਂ ਹਥਿਆਰ ਵੀ ਮੰਗਾਉਂਦੇ ਪਏ ਨੇ, ਤੇ ਇਹਦੇ ਨਾਲ ਉਹ ਵੀ ਪਾਵਰ ਅਪ ਹੋ ਰਹੇ ਨੇ। ਇਹਦੇ ਨਾਲ ਕੀ ਹੈ ਕਿ ਜਿਹੜਾ ਬੇਸਿਕਲੀ ਕਨਫਲਿਕਟ ਹੈ ਉਹ ਐਸਕੇਲੇਟ ਹੋਏਗਾ ਤੇ ਲੰਬਾ ਚੱਲਦਾ ਰਹੇਗਾ, ਇਲੋਂਗੇਟ ਵੀ ਹੋਏਗਾ, ਕਿਉਂਕਿ ਜੇ ਉਹਨਾਂ ਕੋਲ ਹਥਿਆਰ ਆਉਂਦੇ ਰਹਿਣਗੇ ਦੇ ਵਿਲ ਉਹਨਾਂ ਨੇ, ਵੇਖੋ ਤੁਸੀਂ ਕੋਈ ਵੀ ਲਾਈਨ ਵੇਖੋ ਜਾਂ ਜਿਹੜੇ ਵੀ ਉਹਨਾਂ ਦੇ ਬੇਸਿਕਲੀ ਲੋਕੀ ਪਲਾਇਨ ਕੀਤੇ ਨੇ, ਜਿਹੜੀ ਪੋਪੂਲੇਸ਼ਨ ਹੈਜ਼ ਜਿਹੜੇ ਸ਼ਰਨਾਰਥੀ ਬਣੇ ਨੇ ਹੂ ਹੈਵ ਬਿਕਮ ਰੈਫਿਊਜੀਜ਼, 90% of them are women and children. All the able-bodied men have stayed back to continue the fight. It's a brave gesture, but it is a dangerous gesture also. ਇਹਦਾ ਮਤਲਬ ਹੈ ਕਿ ਲੜਾਈ ਕਾਫੀ ਦੇਰ ਤੱਕ ਚੱਲ ਸਕਦੀ ਹੈ। ਤੇ ਇਸ ਕਰਕੇ ਅਗੇਨ ਮੈਂ ਹਮੇਸ਼ਾ ਕਹਿੰਦਾ ਵਾਂ ਕਿ ਵੈਸਟਰਨ ਕੰਟਰੀਜ਼ ਨਾਓ ਨੀਡ ਟੂ ਅੰਡਰਸਟੈਂਡ ਕਿ ਹਥਿਆਰ ਨਾ ਭੇਜਣ, ਰੈਦਰ ਦੈਨ ਟੇਬਲ ਤੇ ਬਿਠਾ ਕੇ ਸੀਜ਼ ਫਾਇਰ ਕਰਾਉਣ, ਰਸ਼ੀਆ ਨੂੰ ਵੀ ਸਰਟਨ ਅਸ਼ੋਰੈਂਸ ਦੇਣ ਤੇ ਯੂਕਰੇਨ ਨੂੰ ਵੀ ਸਰਟਨ ਅਸ਼ੋਰੈਂਸ ਦੇਣ। That will be better for everyone. Sir, to continue with this topic, चेरनोबिल न्यूक्लियर प्लांट में लीकेज हुई और रेडिएशंस का डर है। ये बड़ी डेंजरस न्यूज़ आई है कि चेरनोबिल न्यूक्लियर प्लांट में, जहाँ पे लास्ट हिस्ट्री का सबसे डेंजरस न्यूक्लियर ट्रेजेडी वहाँ पे हुई थी, वहाँ पे बिकॉज ऑफ रेडिएशंस रशियन सोल्जर्स हैव लेफ्ट एंड और वहाँ अगर उसको अबेंडन कर दिया गया तो उसको मैनेज करना बड़ा ज़रूरी है, अदरवाइज़ ये एक बहुत डेंजरस क्राइसिस बन सकता है। और डेंजरस क्राइसिस सिर्फ रेडिएशन के परस्पेक्टिव से तो बन ही सकता है, इट कुड बी यूज्ड एज अ प्रीटेक्स्ट टू एस्केलेट द वॉर फ्रॉम एनी साइड। तो ये चीज़ पे अब मैं हैरान हूँ कि यूनाइटेड नेशन क्या कर रहा है, वो क्या रोल प्ले कर रहे हैं। कोई सिग्निफिकेंट स्टेटमेंट यूनाइटेड नेशन की तरफ से नहीं आ रही है कि उनके सेक्रेटरी जनरल ही बिठा के बात करें। सो व्हाट इज़ द रोल ऑफ यूनाइटेड नेशन? यूनाइटेड नेशन आज की डेट में कुछ सुपर पावर्स के हाथ में है, इट इज़ नॉट फॉर एवरी नेशन। USA प्रैक्टिकली रन्स द यूनाइटेड नेशन एंड ये बड़ा अनफॉर्चुनेट पार्ट हो रहा है कि यूनाइटेड नेशन को जो रोल इस वक्त प्ले करना चाहिए कि भाई हम एक रूल बेस्ड वर्ल्ड ऑर्डर में रहें रादर देन रैंडम। और रूल बेस्ड का स्टेटमेंट अगर वेस्टर्न कंट्रीज यूज़ करते हैं, इसका मतलब ये नहीं कि वो रूल बेस्ड नहीं तोड़ रही हैं। अगर आप रैंडमली अपनी एग्रेशन इन द नेम ऑफ पुटिंग डेमोक्रेसी हर जगह पे करोगे और यूनाइटेड नेशन में दूसरे देशों को फोर्स करोगे टू टेक योर लाइन, जैसा अब इंडिया के साथ भी कर रहे हैं। अभी हम बात कर रहे थे एक्सप्लॉयटेशन की और UK के फॉरेन सेक्रेटरी शी केम येस्टरडे एंड आफ्टर दैट एक बड़ी शार्प स्टेटमेंट दी हमारे फॉरेन मिनिस्टर ने कि भाई ऐसे लग रहा है कि एक पूरा कैंपेन चल रहा है ट्राइंग टू ब्लेम इंडिया कि हम रशिया से ऑयल क्यों खरीद रहे हैं।
और उन्होंने बड़ा अच्छा डाटा प्रेजेंट किया कि यूके खुद तो रशियन एनर्जी पे डिपेंडेंट है, उसके बाद उन्होंने बोला जी हम एंड दिसंबर तक हम अपनी डिपेंडेबिलिटी खत्म करेंगे। आप और पिछले फेब से मार्च में यूके ने जो ऑयल परचेज है रशिया से बढ़ाई है, कम नहीं की है। तो हाउ कैन यू गिव अस द सेम थिंग? और जैसा कि हमेशा से यूके का वो जो माइंडसेट रहा है ना, व्हाट यू कॉल दैट कॉलोनियल माइंडसेट, वो तो ये मानते हैं कि उन्होंने इंडिया पे राज करके इंडिया की हेल्प की है, इंडिया को डेमोक्रेसी दी है, इंडिया को एजुकेशन दी है, इंडिया को इंफ्रास्ट्रक्चर दिया है। और ये माइंडसेट उन्होंने अनफॉर्चुनेटली इंडियंस में डीपली इम्बाइब कर दिया पिछले 200-300 सालों में। एक्चुअली द फैक्ट इज, रिसर्च हैज शोन कि उन्होंने इंडिया से $45 ट्रिलियन लूटे हैं। अगर आप इंडियन इकोनॉमी से कंपेयर करो, रफली अगले 15 साल की जीडीपी के बराबर के पैसे अगर आज हम वही लेना शुरू कर दें, सो दैट इज द काइंड ऑफ एक्सप्लॉयटेशन दैट दे हैव डन। एंड स्टिल वेस्टर्न कंट्रीज के पास यूरोपियन माइंडसेट है, जो कॉलोनियल माइंडसेट है, उनका करेज है, वो अभी भी खुले में बोलते हैं कि भाई हमने आपको सब कुछ दिया है। वो चाहते हैं कि हम थैंकफुल हों कि वो जो 200 साल उन्होंने हमारे को गुलाम रखा है, दे वांट अस टू बी थैंकफुल। तो ये बड़ा अनफॉर्चुनेट पास्ट है, पास्ट भी है और पार्ट भी है। और हम इंडियंस को इस माइंडसेट से हमें भी निकलना पड़ेगा। ये जो सेल्फ लोदिंग या एक अपने ऊपर जो अंडर कॉन्फिडेंस जो हमारे अंदर जो सीप कर गया है, वी शुड स्टार्ट गोइंग थ्रू आवर इंडिक सिविलाइजेशनल वैल्यूज। वी शुड अंडरस्टैंड दैम कि व्हाट काइंड ऑफ, आज हमारे वैल्यू से रिलेटेड कोई भी प्रथा हो या कोई भी चीजें हो, उसको अनसाइंटिफिक, उसको वहम बोला जाता है। और जबकि दूसरे अदर रिलीजन्स की प्रथा को ये बोला जाता है कि ये सेक्युलर है। सो इन द नेम ऑफ सेक्युलरिज्म आर वैल्यूज एंड सिविलाइजेशनल वैल्यूज आर बीइंग अटैक्ड। तो इस वक्त ये ज़रूरी है कि भाई हम जो इंडिया के लोगों के लिए बेस्ट है, हम वही पॉलिसीज लें। एंड फॉर्चुनेटली फॉर आफ्टर अ लॉन्ग टाइम, देखो पहले का तो मैं जानता नहीं 40-50 साल पहले का, बट आफ्टर अ लॉन्ग टाइम व्हाट आई एम सेइंग इज देयर इज एन इंडियन गवर्नमेंट जिसको इंडिया के इंटरेस्ट सबसे ऊपर रखने आते हैं। थैंक यू सो मच फॉर योर व्यूज सर। So stay connected for such meaningful insights.